ਗਰੁੱਪ ਵਿੱਚ ਇਹ ਜੋ ਰਿਕਾਰਡਿੰਗ ਪਾਈ ਗਈ ਹੈ, ਇਹ ਫਕੀਰ ਉਹ ਹੀ ਗੱਲ ਕਹਿ ਰਿਹਾ ਹੈ ਜਿਹੜੀ ਗੱਲ ਮੈਂ ਤੁਹਾਨੂੰ ਕੱਲ੍ਹ ਕਹਿ ਰਿਹਾ ਸੀ ਵੀ ਪੱਟੀ ਪੋਚ ਕੇ ਆਉਣਾ ਹੈ। ਉਹ ਹੀ ਗੱਲ ਫਕੀਰ ਪ੍ਰੋਫੈਸਰ ਨੂੰ ਕਹਿ ਰਿਹਾ ਹੈ ਵੀ ਜਿੰਨਾ ਚਿਰ ਤੂੰ ਅੰਦਰੋਂ ਖਾਲੀ ਨਹੀਂ ਹੁੰਦਾ ਹੈ, ਭਰਿਆ ਹੋਇਆ ਹੈ, ਉਹਨਾਂ ਚਿਰ ਤੂੰ ਜਹੀਨ ਨੂੰ ਸਮਝ ਨਹੀਂ ਸਕਦਾ ਹੈ। ਜਹੀਨ ਸ਼ਬਦ ਧਿਆਨ ਤੋਂ ਹੀ ਬਣਿਆ ਹੋਇਆ ਹੈ। ਪਹਿਲੇ ਪਹਿਲ ਜਦੋਂ ਬੌਧ ਭਿਕਸ਼ੂ ਇੱਧਰੋਂ ਭਾਰਤ ਤੋਂ ਜਾਪਾਨ ਵੱਲ ਗਏ ਸਨ, ਉੱਥੇ ਜਾਂਦਿਆਂ ਜਾਂਦਿਆਂ ਇਹ ਸ਼ਬਦ ਜਾਂ ਜਹੀਨ ਬਣ ਗਿਆ, ਪਰ ਅਰਥ ਉਹੋ ਹੀ ਹੈ, ਧਿਆਨ। ਤੇ ਧਿਆਨ ਨੂੰ ਉਹੋ ਹੀ ਸਮਝ ਸਕਦਾ ਹੈ ਜਿਹੜਾ ਅੰਦਰੋਂ ਖਾਲੀ ਹੋਵੇ। ਫਿਰ ਜਿਹੜਾ ਇਹ ਪੁੱਛ ਰਿਹਾ ਹੈ ਪ੍ਰੋਫੈਸਰ, ਇਹ ਤੇ ਖਾਲੀ ਨਹੀਂ ਹੈ। ਪੜ੍ਹੇ ਲਿਖੇ ਤੇ ਜ਼ਿਆਦਾ ਭਰੇ ਹੁੰਦੇ ਹਨ ਵਿਚਾਰਾਂ ਨਾਲ, ਜ਼ਿਆਦਾ ਵਿਚਾਰ ਕਰਦੇ ਆ, ਜ਼ਿਆਦਾ ਸ਼ਬਦਾਂ ਨਾਲ ਭਰ ਜਾਂਦੇ ਹਨ। ਪੜ੍ਹੇ ਲਿਖੇ ਲੋਕ ਤਾਂ ਉਹ ਸੋਚਦੇ ਹਨ ਵੀ ਵਿਚਾਰਾਂ ਦੇ ਤਲ 'ਤੇ ਹੀ ਸਭ ਗੱਲਾਂ ਸਮਝੀਆਂ ਜਾ ਸਕਦੀਆਂ। ਇਹੋ ਹੀ ਹਾਲ ਪਿੱਛੇ ਸੀ ਪੰਡਤਾਂ ਦਾ, ਤਾਂ ਉਹਨਾਂ ਨੂੰ ਕਹਿੰਦੇ ਸਨ ਪੰਡਿਆ ਕਵਨ ਕੁਮਤ ਤੁਮ ਲਾਗੇ, ਬੂਢੋਗੇ ਪਰਿਵਾਰ ਸਕਲ ਸਿਓ ਨਾਮ ਨਾ ਜਪੋ। ਵੀ ਤੁਸੀਂ ਪੜ੍ਹੀ ਜਾਂਦੇ ਹੋ, ਯਾਦ ਕਰੀ ਜਾਂਦੇ ਹੋ ਸ਼ਾਸਤਰ, ਵਿਚਾਰ ਕਰੀ ਜਾਂਦੇ ਹੋ, ਇਹਦੇ ਨਾਲ ਤੇ ਤੁਹਾਡਾ ਅੰਦਰ ਚਿੱਤ ਹੋਰ ਭਰੀ ਜਾਂਦਾ ਹੈ, ਦਿਮਾਗ ਤੇ ਹੋਰ ਵਿਚਾਰਾਂ ਦੇ ਨਾਲ ਭਰੀ ਜਾਂਦਾ ਹੈ। ਇਹ ਤੇ ਕੰਮ ਉਲਟਾ ਹੋ ਰਿਹਾ ਹੈ। ਸੰਸਾਰਿਕ ਆਦਮੀ ਦੇ ਅੰਦਰੋਂ ਭਰਿਆ ਹੀ ਹੁੰਦਾ ਹੈ ਵਿਚਾਰਾਂ ਨਾਲ, ਸੰਸਾਰਿਕ ਵਿਚਾਰਾਂ ਨਾਲ, ਪਰ ਧਾਰਮਿਕ ਆਦਮੀ ਵੀ ਅੰਦਰੋਂ ਧਾਰਮਿਕ ਵਿਚਾਰਾਂ ਦੇ ਨਾਲ ਭਰ ਰਿਹਾ ਹੈ। ਫਿਰ ਧਾਰਮਿਕ ਲੋਕ ਹੀ ਉਹਨੂੰ ਉਪਦੇਸ਼ ਦਿੰਦੇ ਹਨ ਵੀ ਧਾਰਮਿਕ ਉਪਦੇਸ਼ਾਂ ਨੂੰ ਕੰਠ ਕਰਨਾ ਹੈ। ਦੇਖੋ ਅਜੋਕੇ ਸਮੇਂ 'ਚ ਵੀ ਉਹੀ ਕੰਮ ਹੋ ਰਿਹਾ ਹੈ, ਜਿਹੜੇ ਕੰਮ ਤੋਂ ਬਾਬੇ ਨਾਨਕ ਨੇ ਰੋਕਿਆ ਸੀ ਨਾ, ਪੁਰਾਣੇ ਧਾਰਮਿਕ ਲੋਕਾਂ ਨੂੰ ਵੀ ਪੜ੍ਹ ਪੜ੍ਹ ਗੱਡੀ ਲੱਦੀਏ, ਪੜ੍ਹ ਪੜ੍ਹ ਪੜ੍ਹੀਏ ਸਾਥ। ਵੀ ਪੜ੍ਹਨ ਦੇ ਨਾਲ ਥੋੜ੍ਹੀ ਹੋਣਾ ਹੈ ਕੁਛ, ਵੀ ਪੜ੍ਹ ਪੜ੍ਹ ਕੇ ਹੀ ਤੁਸੀਂ ਗੱਡੀਆਂ ਲੱਦ ਲਓ, ਵੀ ਅੰਦਰ ਭਰ ਲਓ। ਤੇ ਉਸ ਸਮੇਂ ਵੀ ਪੜ੍ਹਦੇ ਸਨ, ਤੇ ਹੁਣ ਵਾਲੇ ਉਹਨਾਂ ਦੇ ਸਿੱਖ ਕਹਿੰਦੇ ਹਨ ਵੀ ਉਹਨਾਂ ਨੂੰ ਕਿਹਾ ਸੀ। ਨਹੀਂ, ਪਰਮ ਪੁਰਖ ਹਰ ਇੱਕ ਨੂੰ ਹੀ ਕਹਿੰਦੇ ਹਨ। ਇੱਥੇ ਆਪਣੇ ਪਰਾਏ ਦਾ ਭੇਦ ਥੋੜ੍ਹੀ ਹੈ। ਤੁਹਾਨੂੰ ਵੀ ਉਹੀ ਗੱਲ ਕਹਿ ਰਹੇ ਹਨ, ਪਰ ਤੁਸੀਂ ਸਮਝ ਨਹੀਂ ਰਹੇ ਹੋ। ਸਿੱਖ ਜ਼ਿਆਦਾ ਅੰਦਰੋਂ ਵਿਚਾਰਾਂ ਦੇ ਨਾਲ ਭਰ ਰਹੇ ਹਨ। ਸਿੱਖ ਨਹੀਂ, ਹਰ ਧਰਮ ਦੇ ਵਿੱਚ ਹੀ ਐਸਾ ਹੋ ਰਿਹਾ ਹੈ। ਸਭ ਗ੍ਰੰਥ ਕੰਠਸਥ ਕਰਦੇ ਹਨ, ਯਾਦ ਕਰਦੇ ਹਨ, ਉਪਦੇਸ਼ ਯਾਦ ਕਰ ਲੈਂਦੇ ਹਨ। ਜਿਵੇਂ ਮੈਂ ਕਹਿੰਦਾ ਹਾਂ ਵੀ ਉਹਨੂੰ ਤੇ ਮਹਾਤਮਾ ਸੰਤ ਸਮਝਦੇ ਨਹੀਂ ਜਿਹਨੂੰ ਯਾਦ ਨਾ ਹੋਣ ਗ੍ਰੰਥ, ਅਰਥ ਸ਼ਾਸਤਰ ਯਾਦ ਨਾ ਹੋਣ। ਇਹੀ ਤੇ ਸਮੱਸਿਆ ਹੈ। ਤੇ ਹਰ ਇੱਕ ਧਾਰਮਿਕ ਵਿਅਕਤੀ ਆਪਣੇ ਆਪਣੇ ਧਾਰਮਿਕ ਸ਼ਾਸਤਰਾਂ ਦੇ ਨਾਲ ਅੰਦਰੋਂ ਭਰ ਜਾਂਦਾ ਹੈ, ਤੇ ਦੂਸਰੇ ਦੇ ਧਾਰਮਿਕ ਸ਼ਾਸਤਰਾਂ ਦਾ ਖੰਡਨ ਕਰਨ ਦੇ ਨਾਲ ਭਰ ਲੈਂਦਾ ਹੈ ਆਪਣੇ ਆਪ ਨੂੰ।
ਬਹੁਤੇ ਵਿਚਾਰ ਕਿਉਂ ਹੀ ਕਰ ਲੈਂਦੇ ਹਨ ਤੇ ਵਿਚਾਰਾਂ ਦੇ ਨਾਲ ਅੰਦਰੋਂ ਭਰ ਰਿਹਾ ਹੈ ਆਦਮੀ, ਪਰ ਹੋਣਾ ਹੈ ਖਾਲੀ। ਇਹੋ ਹੀ ਮੈਂ ਤੁਹਾਨੂੰ ਕਹਿਣਾ ਰੋਜ਼ ਰੋਜ਼ ਵੀ ਖਾਲੀ ਹੋਣਾ ਹੈ, ਤੇ ਖਾਲੀ ਕਰਨ ਵਾਸਤੇ ਹੀ ਮੈਂ ਰੋਜ਼ ਕਹਿ ਰਿਹਾ ਹਾਂ। ਇਹਨਾਂ ਵਿਚਾਰਾਂ ਦੇ ਨਾਲ ਤੁਸੀਂ ਭਰੋਗੇ ਨਹੀਂ ਜੋ ਮੈਂ ਬੋਲ ਰਿਹਾ, ਕਿਉਂਕਿ ਇਹ ਤੁਹਾਡੀ ਸਮਝ ਵਿੱਚ ਹੀ ਨਹੀਂ ਆਉਣੇ ਹਨ, ਆ ਨਹੀਂ ਸਕਦੇ ਹਨ, ਕਿਉਂਕਿ ਬੋਲ ਹੀ ਮੈਂ ਇਸ ਢੰਗ ਨਾਲ ਰਿਹਾ ਹਾਂ ਵੀ ਕਿਸੇ ਦੀ ਪਕੜ ਵਿੱਚ ਕੁਛ ਨਹੀਂ ਆਉਂਦਾ ਹੈ। ਇਸੇ ਕਰਕੇ ਤੇ ਪੜ੍ਹੇ ਲਿਖੇ ਜਿਹੜੇ ਹਨ ਉਹ ਛੱਡ ਦਿੰਦੇ ਹਨ, ਸੁਣਦੇ ਹੀ ਨਹੀਂ। ਉਹ ਕਹਿੰਦੇ ਹਨ ਵੀ ਇੱਦਾਂ ਦੀ ਗੱਲਾਂ ਸਮਝ ਵਿੱਚ ਨਹੀਂ ਆਉਂਦੀਆਂ ਹਨ, ਆ ਨਹੀਂ ਸਕਦੀਆਂ ਹਨ। ਤੇ ਇਹਨਾਂ ਵਿਚਾਰਾਂ ਦੇ ਨਾਲ ਤਾਂ ਤੁਸੀਂ ਭਰ ਨਹੀਂ ਸਕਦੇ ਹੋ, ਖਾਲੀ ਹੋ ਸਕਦੇ ਹੋ। ਇਹ ਖਾਲੀ ਹੋਣ ਦੀ ਪ੍ਰਕਿਰਿਆ ਹੈ। ਜਿਹੜਾ ਧਿਆਨਪੂਰਵਕ ਸੁਣੇਗਾ ਨਾ ਉਹ ਖਾਲੀ ਹੋਵੇਗਾ, ਤੇ ਜਾਗਰੂਕ ਪੁਰਸ਼ ਖਾਲੀ ਕਰਦਾ ਹੈ। ਤੁਸੀਂ ਖਾਲੀ ਹੋਵੋਗੇ ਤਾਂ ਹੀ ਸਮਝੋਗੇ ਨਾ। ਤੇ ਪਹਿਲਾਂ ਤਾਂ ਜਿਹੜੇ ਤੁਸੀਂ ਧਰਮ ਦੇ ਵਿੱਚ ਪਹਿਲਾਂ ਰਹਿ ਚੁੱਕੇ ਹੋ, ਉਸ ਧਰਮ ਦੀਆਂ ਜਿੰਨੀਆਂ ਵੀ ਸਿੱਖਿਆਵਾਂ ਹਨ, ਜੋ ਕੁਛ ਵੀ ਤੁਹਾਨੂੰ ਯਾਦ ਕਰਾਇਆ ਹੋਇਆ ਹੈ, ਸਿਖਾਇਆ ਹੋਇਆ ਹੈ, ਸਮਝਾਇਆ ਹੋਇਆ ਹੈ, ਨਿਯਮ ਦਿੱਤੇ ਗਏ ਹਨ, ਉਹ ਸਭ ਭੁੱਲਣੇ ਹਨ, ਸਭ ਛੱਡਣੇ, ਤਾਂ ਹੀ ਖਾਲੀ ਹੋਵੋਗੇ। ਸੰਸਾਰ ਨਾਲੋਂ ਤਾਂ ਖਾਲੀ ਹੋਣਾ ਹੀ ਹੈ, ਖਿਆਲ ਵਿੱਚ ਰੱਖੋ। ਮੈਂ ਕਹਿੰਦਾ ਹਾਂ ਸੰਸਾਰ ਵੱਲ ਧਿਆਨ ਨਹੀਂ ਕਰਨਾ ਹੈ, ਖਾਲੀ ਹੋਣਾ, ਪਰ ਧਾਰਮਿਕ ਵਿਚਾਰਾਂ ਤੋਂ ਵੀ ਖਾਲੀ ਹੋਣਾ। ਇਹੋ ਹੀ ਸਮੱਸਿਆ ਆਉਂਦੀ ਹੈ ਵੀ ਆਦਮੀ ਸੰਸਾਰਿਕ ਵਿਚਾਰਾਂ ਤੋਂ ਤੇ ਮੁਕਤ ਹੋਣਾ ਚਾਹੁੰਦਾ ਹੈ, ਮੰਨ ਵੀ ਲੈਂਦਾ ਹੈ, ਪਰ ਜਦੋਂ ਉਹਨੂੰ ਕਹਿ ਦੇਵੇ ਵੀ ਆਹ ਧਾਰਮਿਕ ਕਰਮ ਕਾਂਡ ਵੀ ਛੱਡ, ਜਿਹੜੇ ਤੂੰ ਕਰ ਰਿਹਾ ਇਹ ਤੇਰੀ ਆਦਤ ਹੈ, ਇਹਨਾਂ ਆਦਤਾਂ ਨੂੰ ਵੀ ਛੱਡਣਾ ਹੈ, ਤਾਂ ਤੂੰ ਅੱਗੇ ਵੱਧ ਸਕੇਂਗਾ, ਤਾਂ ਤੂੰ ਅੱਗੇ ਫਿਰ ਹੋਰ ਧਿਆਨ ਦੇ ਵਿੱਚ ਪ੍ਰਵੇਸ਼ ਕਰੇਗਾ। ਪਿਛਲਾ ਕਦਮ ਛੱਡੇਗਾ ਤਾਂ ਹੀ ਅੱਗੇ ਜਾਵੇਗਾ ਨਾ। ਤੇ ਲੋਕ ਛੱਡਦੇ ਹੀ ਨਹੀਂ ਹਨ। ਧਾਰਮਿਕ ਲੋਕ ਜ਼ਿਆਦਾ ਫਸ ਜਾਂਦੇ ਹਨ, ਆਪਣੇ ਆਪਣੇ ਧਰਮ ਦੀਆਂ ਰਹੋ ਰੀਤੀਆਂ ਦੇ ਵਿੱਚ ਬੜੇ ਗਹਿਰੇ ਫਸੇ ਹੁੰਦੇ ਹਨ। ਆਹ ਦੇਖੋ ਤੁਸੀਂ, ਮੈਂ ਕਈ ਵਾਰ ਕਹਿ ਦਿੰਦਾ ਨਾ ਵੀ ਇਹ ਪਾਠ ਪੂਜਾ ਕੀਤਿਆਂ ਕੁਝ ਨਹੀਂ ਹੋਣਾ ਹੈ, ਰੋਜ਼ ਰੋਜ਼ ਨਿਯਮ ਛੱਡੋ, ਤੇ ਨਿਤਨੇਮੀ ਨਾਰਾਜ਼ ਹੋ ਜਾਂਦੇ ਹਨ ਕਿ ਸਾਡੇ ਤੇ ਗੁਰੂਆਂ ਨੇ ਕਿਹਾ ਹੈ। ਨਹੀਂ, ਗੁਰੂਆਂ ਨੇ ਨਹੀਂ ਕਿਹਾ ਹੈ, ਇਹ ਤੇ ਪਿਛਲੇ ਸਮਝਾ ਰਹੇ ਹਨ ਜੋ ਕੁਛ, ਉਹਨਾਂ ਦੀਆਂ ਗੱਲਾਂ ਮੈਂ ਛੱਡਣ ਵਾਸਤੇ ਕਹਿ ਰਿਹਾ। ਜੋ ਗੁਰੂਆਂ ਨੇ ਕਿਹਾ ਹੈ ਉਹ ਤੇ ਮੈਂ ਕਹਿ ਰਿਹਾ ਹਾਂ ਵੀ ਉਹੀ ਕਰਨਾ ਹੈ। ਚਿੰਤਨ ਕਰੋ, ਸਿਮਰਨ ਕਰੋ, ਯਾਦ ਕਰੋ, ਪਰ ਨਿਯਮ ਛੱਡੋ। ਨਿਯਮ ਇੱਕ ਆਦਤ ਬਣ ਜਾਂਦੀ ਹੈ, ਫਿਰ ਉਹ ਆਦਤ ਛੱਡਣ ਲੱਗਿਆਂ ਵੀ ਪਰੇਸ਼ਾਨੀ ਹੁੰਦੀ ਹੈ, ਇਸ ਕਰਕੇ ਆਦਮੀ ਛੱਡਦਾ ਨਹੀਂ। ਹੁਣ ਜਿਹੜਾ ਬਹੁਤ ਸਮੇਂ ਤੋਂ ਕੋਈ ਨਿਤਨੇਮ ਕਰ ਰਿਹਾ ਹੈ, ਕੋਈ ਪਾਠ ਪੂਜਾ ਕਰਦਾ ਹੈ, ਕੋਈ ਮਾਲਾ ਫੇਰਦਾ ਹੈ, ਕੋਈ ਜੋ ਵੀ ਕੋਈ ਕਰਮ ਕਰ ਰਿਹਾ ਹੈ ਲਗਾਤਾਰ, ਕਈ ਜੋਤ ਹੀ ਜਗਾਉਂਦੇ ਹਨ, ਫਿਰ ਉਹ ਕੋਈ ਵੀ ਨਿਯਮ ਜਿਹੜਾ ਕਰ ਰਿਹਾ ਹੈ ਨਾ ਉਹਦੇ ਨਾਲ ਮਿਲਦਾ ਤਾਂ ਕੁਝ ਨਹੀਂ ਹੈ, ਪਰ ਜਦੋਂ ਛੱਡਦਾ ਹੈ ਨਾ ਉਦੋਂ ਬੜੀ ਪਰੇਸ਼ਾਨੀ ਹੁੰਦੀ ਹੈ, ਬੇਚੈਨੀ ਹੁੰਦੀ ਹੈ। ਆਦਮੀ ਨੂੰ ਲੱਗਦਾ ਹੈ ਕੁਛ ਖੋ ਗਿਆ, ਕੁਛ ਗਵਾਚ ਗਿਆ। ਕਈ ਕਹਿੰਦੇ ਹਨ ਨਿਤਨੇਮ ਨਹੀਂ ਕੀਤਾ, ਅੱਜ ਲੱਗਦਾ ਜਿਵੇਂ ਕੁਛ ਗਵਾਚਿਆ ਨਹੀਂ, ਤੁਹਾਡੀ ਆਦਤ ਹੈ, ਆਦਤ ਬੇਚੈਨੀ ਕਰ ਰਹੀ ਹੈ। ਪ੍ਰੇਮ ਥੋੜ੍ਹੀ, ਧਰਮ ਤੇ ਪ੍ਰੇਮ ਨਾਲ ਪੈਦਾ ਹੁੰਦਾ ਹੈ, ਆਦਤ ਨਾਲ ਥੋੜ੍ਹੀ। ਤੇ ਆਦਤ ਹੈ, ਨਿਯਮਾਂ ਦੀ ਆਦਤ ਬਣ ਜਾਂਦੀ। ਫਿਰ ਦੇਖੋ ਕਮਾਲ ਦੀ ਗੱਲ, ਇੱਕ ਹੋਰ ਵੀ ਖਿਆਲ ਰੱਖਿਓ ਵੀ ਇਹ
ਜਿਹੜੀਆਂ ਆਦਤਾਂ ਹਨ ਜਿਨ੍ਹਾਂ ਨਾਲ ਕੁਝ ਮਿਲਦਾ ਨਹੀਂ ਹੈ ਸਾਧਕ ਨੂੰ, ਉਹ ਨਹੀਂ ਛੁੱਟਦੀਆਂ ਹਨ। ਅੱਗੇ ਜਾ ਕੇ ਐਸੀਆਂ ਆਦਤਾਂ ਵੀ ਛੱਡਣੀਆਂ ਹਨ ਜਿਨ੍ਹਾਂ ਨਾਲ ਬਹੁਤ ਕੁਛ ਮਿਲਦਾ ਹੈ। ਇੱਕ ਘਟਨਾ ਦਾ ਮੈਂ ਇੱਥੇ ਜ਼ਿਕਰ ਕਰੂੰਗਾ ਜੋ ਥੋੜ੍ਹੇ ਦਿਨ ਪਹਿਲਾਂ ਹੀ ਮੈਨੂੰ ਟੈਲੀਫੋਨ ਕਰਕੇ ਇੱਕ ਮਾਈ ਨੇ ਦੱਸੀ ਸੀ। ਉਹ ਕਹਿੰਦੀ ਵੀ ਪਹਿਲਾਂ ਮੈਨੂੰ ਮਿਲਣ ਵਾਸਤੇ ਆਏ ਸੀ ਲੋਕਡਾਊਨ ਤੋਂ ਪਹਿਲਾਂ, ਤੇ ਕਹਿੰਦੀ ਵੀ ਮੈਂ ਧਿਆਨ ਕਰਦੀ ਹੁੰਦੀ ਹਾਂ, ਤੇ ਧਿਆਨ ਉਹ ਕਰਦੀ ਹੈ, ਬਹੁਤ ਸਮੇਂ ਤੋਂ ਕਰਦੀ, ਤੇ ਫਿਰ ਨਿਯਮਤ ਕਰਦੀ। ਤੇ ਕਹਿੰਦੀ ਮੈਨੂੰ ਬੜੀ ਬੇਚੈਨੀ ਲੱਗੀ ਰਹਿੰਦੀ ਹੈ ਵੀ ਧਿਆਨ ਦਾ ਸਮਾਂ ਨਾ ਲੰਘ ਜਾਵੇ। ਮੈਂ ਕਿਸੇ ਨਾਲ ਗੱਲਾਂ ਨਹੀਂ ਬਹੁਤੀਆਂ ਕਰਦੀ, ਫਟਾਫਟ ਕਰਕੇ ਕੰਮ ਨਿਬੇੜ ਕੇ ਵੀ ਫਟਾਫਟ ਧਿਆਨ ਕਰਨਾ ਹੈ, ਜੋ ਕੰਮ ਕਰਨਾ ਹੈ ਫਟਾਫਟ ਕਰ ਲੈਣਾ ਹੈ। ਸਗੋਂ ਘਰ ਵਾਲਾ ਵੀ ਨਾਰਾਜ਼ ਰਹਿੰਦਾ ਹੈ ਵੀ ਜ਼ਿਆਦਾ ਰੁਚੀ ਧਿਆਨ ਦੇ ਵਿੱਚ, ਕਿਉਂਕਿ ਧਿਆਨ ਦੇ ਵਿੱਚ ਰਸ ਆ ਰਿਹਾ ਹੈ। ਤੇ ਕਹਿੰਦੀ ਐਸਾ ਲੱਗਦਾ ਹੈ ਵੀ ਕੁਛ ਮਿਲਦਾ ਨਹੀਂ ਹੈ, ਰਸ ਤੇ ਆ ਰਿਹਾ ਹੈ ਠੀਕ ਹੈ, ਰੁਚੀ ਵੀ ਬਹੁਤ ਹੈ, ਤੇ ਫਟਾਫਟ ਸਭ ਕੁਛ ਕਰਕੇ ਧਿਆਨ ਕਰਨਾ, ਧਿਆਨ ਦੇ ਵਿੱਚ ਬੈਠਦੀ ਸੀ। ਮੈਂ ਉਹਨੂੰ ਕਿਹਾ ਵੀ ਤੂੰ ਧਿਆਨ ਵੀ ਛੱਡ ਦੇ। ਉਹਨੇ ਸੁਣ ਤੇ ਲਈ ਮੇਰੀ ਗੱਲ, ਪਰ ਜਦੋਂ ਘਰ ਜਾ ਕੇ ਸੋਚਿਆ ਵੀ ਅਗਰ ਮੈਂ ਧਿਆਨ ਛੱਡਤਾ ਫਿਰ ਮੈਂ ਕਰੂੰਗੀ ਕੀ। ਫਿਰ ਰਸ ਆ ਰਿਹਾ ਹੈ ਧਿਆਨ ਦੇ ਵਿੱਚ। ਖਿਆਲ ਰੱਖੋ, ਇਹੋ ਹੀ ਮੈਂ ਕਹਿੰਦਾ ਵੀ ਬਹੁਤ ਗਹਿਰੇ ਪ੍ਰੇਮ ਦੇ ਵਿੱਚ ਇਹ ਘਟਦਾ ਹੈ ਧਿਆਨ। ਇਹ ਮਾਰਗ ਬਹੁਤ ਗਹਿਰੇ ਪ੍ਰੇਮ ਦਾ ਹੈ, ਸ਼ਰਧਾ ਦਾ ਹੈ। ਤੁਸੀਂ ਸੋਚਣ ਲੱਗ ਗਈ ਵੀ ਮੈਂ ਛੱਡ ਦਿੱਤਾ ਧਿਆਨ ਤੇ ਫਿਰ ਮੈਂ ਕਰੂੰਗੀ ਕੀ। ਫਿਰ ਤੇ ਇਹਦਾ ਮਤਲਬ ਮੈਂ ਨਾਸਤਿਕ ਹੋ ਗਈ, ਕੁਛ ਵੀ ਨਹੀਂ ਕਰਦੀ। ਪਰ ਉਹਨੂੰ ਸ਼ਰਧਾ ਸੀ, ਭਾਵਨਾ ਸੀ। ਉਹਨੇ ਕਿਹਾ ਠੀਕ ਹੈ, ਉਹ ਕਹਿੰਦੇ ਹਨ ਤੇ ਠੀਕ ਹੀ ਕਹਿੰਦੇ ਹੋਣਗੇ। ਤੇ ਉਹਨੇ ਹਿੰਮਤ ਕੀਤੀ, ਧਿਆਨ ਛੱਡ ਦਿੱਤਾ। ਤੇ ਹੁਣ ਥੋੜ੍ਹੇ ਦਿਨ ਪਹਿਲਾਂ ਉਹਦਾ ਟੈਲੀਫੋਨ ਆਇਆ ਸੀ, ਕਹਿੰਦੀ ਹੁਣ ਤੇ ਧਿਆਨ 24 ਘੰਟੇ ਦੇ ਵਿੱਚ ਹੀ ਫੈਲ ਰਿਹਾ ਹੈ। ਹੁਣ ਤੇ ਧਿਆਨ ਲੱਗਦਾ ਲੱਗੀ ਜਾ ਰਿਹਾ, ਆਪਣੇ ਆਪ ਸਹਿਜ ਹੋ ਰਿਹਾ ਹੈ। ਹੁਣ ਮੈਂ ਕਰ ਨਹੀਂ ਰਹੀ ਹਾਂ ਤੇ ਹੋ ਰਿਹਾ ਹੈ। ਪਹਿਲਾਂ ਕਰ ਰਹੀ ਸੀ, ਪਰ ਫਿਰ ਖਿਆਲ ਵਿੱਚ ਰੱਖਣ ਯੋਗ ਹੈ ਹਾਲੇ ਵੀ ਖਤਰਾ ਹੈ। ਹਾਲੇ ਵੀ ਅਗਰ ਕਰਤਾਪਨ ਆ ਗਿਆ ਵੀ ਇਹ ਮੇਰੇ ਦੁਆਰਾ ਹੋ ਰਿਹਾ ਹੈ, ਮੈਂ ਇੰਨਾ ਚਿਰ ਧਿਆਨ ਕੀਤਾ ਹੈ, ਉਹਦਾ ਫਲ ਹੈ, ਉਹਦਾ ਕਰਕੇ ਹੋ ਰਿਹਾ ਹੈ। ਤੇ ਕਰਤਾਪਨ ਆ ਗਿਆ ਤੇ ਹਉਂ ਆ ਗਈ, ਹਉਂ ਆ ਗਈ ਤੇ ਧਿਆਨ ਫਿਰ ਖੋ ਜਾਏਗਾ। ਤੇ ਜਦੋਂ ਸ਼ਰਧਾ ਟੁੱਟਦੀ ਹੈ, ਭਾਵਨਾ ਟੁੱਟੇਗੀ, ਉਦੋਂ ਹੀ ਹਉਂ ਆ ਜਾਂਦੀ, ਕਰਤਾਪਨ ਆ ਜਾਵੇਗਾ ਵੀ ਮੇਰੇ ਦੁਆਰਾ ਹੋ ਰਿਹਾ ਹੈ। ਐਸਾ ਹੋਇਆ ਪਿੱਛੇ ਜੇ ਇੱਕ ਨੌਜਵਾਨ ਦਾ ਬਹੁਤ ਹੀ ਧਿਆਨ ਗਹਿਰਾ ਗਿਆ, ਤੇ ਬੜਾ ਹੀ ਆਨੰਦਿਤ ਉਹਦਾ ਟੈਲੀਫੋਨ ਆਇਆ, ਬੜਾ ਖੁਸ਼। ਪਰ ਉਸ ਧਿਆਨ ਦੇ ਵਿੱਚ ਉਹਦਾ ਕਰਤਾਪਨ ਆ ਗਿਆ। ਮੈਂ ਧਿਆਨ ਨੂੰ ਉਪਲਬਧ ਹੋ ਗਿਆ, ਦੇਖੋ ਮੇਰਾ ਆਨੰਦ, ਮੈਂ ਬੜੇ ਮਜ਼ੇ 'ਚ, ਮੈਨੂੰ ਧਿਆਨ ਲੱਗ ਗਿਆ, ਧਿਆਨ ਦਾ ਪਤਾ ਲੱਗ ਗਿਆ। ਬਸ ਹੌਲੀ ਹੌਲੀ ਉਹਦਾ ਧਿਆਨ ਫਿਰ ਛੁੱਟ ਗਿਆ, ਕਰਤਾਪਨ ਆ ਗਿਆ ਨਾ, ਹਉਂ ਆ ਗਈ। ਐਸਾ ਨਹੀਂ ਹੈ ਵੀ ਮੈਂ ਇੱਧਰ ਕੁਝ ਕਰ ਰਿਹਾ ਹਾਂ,
ਫਿਰ ਖਿਆਲ ਵਿੱਚ ਰੱਖਿਓ ਵੀ ਮੇਰਾ ਕਰਕੇ ਉਸ ਮਾਈ ਦਾ ਧਿਆਨ ਲੱਗ ਰਿਹਾ ਹੈ। ਨਹੀਂ, ਉਹਦੀ ਭਾਵਨਾ ਕਰਕੇ ਲੱਗ ਰਿਹਾ ਹੈ, ਤੇ ਭਾਵਨਾ ਕਰਕੇ ਲੱਗੇਗਾ ਅੱਗੇ। ਖਿਆਲ ਵਿੱਚ ਰੱਖਿਓ, ਮੈਂ ਕੁਛ ਨਹੀਂ ਕਰ ਰਿਹਾ, ਮੇਰੇ ਸਹਾਰੇ ਉਹ ਆਪਣੀ ਮੈਂ ਨੂੰ ਛੱਡਦੇ ਹਨ, ਛੱਡੇਗੀ, ਕੋਈ ਵੀ ਛੱਡ ਸਕਦਾ ਹੈ। ਤੇ ਸਹਾਰਾ ਹੈ, ਤੇ ਮੈਂ ਕਹਿਣਾ ਹੈ ਵੀ ਤੁਹਾਡੇ ਦੁਆਰਾ ਹੋ ਰਿਹਾ ਹੈ ਸਾਰਾ ਕੁਛ, ਤੁਹਾਡੀ ਭਾਵਨਾ ਕਰਕੇ ਹੋ ਰਿਹਾ ਹੈ ਸਾਰਾ ਕੁਛ। ਪਰ ਅਗਰ ਤੁਸੀਂ ਵੀ ਇੱਦਾਂ ਸੋਚੋ ਤੇ ਮੇਰੇ ਦੁਆਰਾ ਨਹੀਂ ਹੋ ਰਿਹਾ ਹੈ, ਤੇ ਫਿਰ ਸਹਿਜ ਹੋਵੇਗਾ। ਫਿਰ ਇਹ ਧਿਆਨ ਛੱਡਣਾ ਬਹੁਤ ਔਖਾ ਹੈ। ਤੇ ਜਿਹਨ ਫਕੀਰ ਹਨ, ਉਹਨਾਂ ਦੇ ਆਸ਼ਰਮਾਂ ਦੇ ਵਿੱਚ ਧਿਆਨ ਕਰਵਾਇਆ ਜਾਂਦਾ ਹੈ, ਪਰ ਉਹ ਨਿਯਮਿਤ ਧਿਆਨ ਕਰ ਰਹੇ ਹਨ, ਸ਼ਾਸਤਰ ਪੜ੍ਹ ਰਹੇ ਹਨ, ਜਿਵੇਂ ਸਿੱਖ ਕਰਦੇ ਹਨ, ਕਈ ਡੇਰਿਆਂ 'ਚ ਆਸ਼ਰਮਾਂ ਦੇ ਵਿੱਚ ਹਿੰਦੂ ਕਰ ਰਹੇ ਹਨ। ਇੱਦਾਂ ਉੱਥੇ ਵੀ ਸ਼ਾਸਤਰ ਪੜ੍ਹਾਏ ਜਾਂਦੇ ਹਨ, ਨਿਯਮਿਤ ਧਿਆਨ ਕਰਾਇਆ ਜਾਂਦਾ। ਧਿਆਨ ਛੱਡਣ ਵਾਸਤੇ ਕੋਈ ਨਹੀਂ ਕਹਿੰਦਾ ਹੈ, ਪਰ ਪਹਿਲਾਂ ਨਹੀਂ ਛੱਡਣਾ ਹੈ। ਖਿਆਲ ਵਿੱਚ ਰੱਖਿਓ, ਜਦੋਂ ਮਿਲ ਜਾਵੇ ਉਦੋਂ ਛੱਡਣਾ ਹੈ। ਜਿਨ੍ਹਾਂ ਨੂੰ ਮਿਲਿਆ ਨਹੀਂ ਹੈ, ਉਹ ਇਹ ਨਾ ਸੋਚ ਲੈਣ ਪਈ ਅਸੀਂ ਛੱਡਿਆ ਹੀ ਹੋਇਆ ਹੈ। ਨਹੀਂ, ਪਹਿਲਾਂ ਇਕਾਗਰਤਾ ਮਿਲੇਗੀ, ਫਿਰ ਇਕਾਗਰਤਾ ਛੱਡਣੀ ਹੈ, ਅੱਗੇ ਵਧਣਾ ਹੈ। ਫਿਰ ਧਿਆਨ ਮਿਲ ਜਾਂਦਾ ਹੈ, ਫਿਰ ਧਿਆਨ ਦੀ ਆਦਤ ਛੱਡਣੀ ਹੈ, ਆਦਤ ਛੱਡਣੀ ਹੈ, ਕਰਤਾ ਭਾਵ ਛੱਡਣਾ ਹੈ, ਫਿਰ ਸਹਿਜ ਹੁੰਦਾ ਹੈ। ਤੇ ਮੈਂ ਇੱਧਰ ਛੱਡਣ 'ਤੇ ਜ਼ਿਆਦਾ ਜ਼ੋਰ ਦਿੰਦਾ। ਜਿਵੇਂ ਕਹਿੰਦੇ ਆ ਨਾ, ਹਰ ਯੁੱਗ ਦਾ ਆਪਣਾ ਹੀ ਧਿਆਨ ਹੁੰਦਾ ਹੈ, ਇਸ ਯੁੱਗ ਦਾ ਇਹੋ ਹੀ ਧਿਆਨ ਹੈ, ਛੱਡਣਾ। ਤੇ ਇਹੋ ਹੀ ਵਾਸਤਵਿਕ ਹੈ ਇਸ ਸਮੇਂ ਦੇ ਵਿੱਚ।